ਭਾਰਤ 2030 ਤੱਕ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕਤਾ ਬਣਨ ਜਾ ਰਿਹਾ ਹੈ। ਇਸ ਤੇਜ਼ੀ ਨਾਲ ਅੱਗੇ ਵਧ ਰਹੇ ਦੇਸ਼ ਦੀ ਇੱਕ ਵੱਡੀ ਲੋੜ ਹੈ ਬਿਜਲੀ। ਅੱਜ ਭਾਰਤ ਦੀ 80% ਬਿਜਲੀ ਕੋਲਾ, ਤੇਲ ਅਤੇ ਬਾਇਓਮਾਸ ਨਾਲ ਪੈਦਾ ਕੀਤੀ ਜਾਂਦੀ ਹੈ। ਪਰ ਜਿਸ ਕੁਦਰਤੀ ਆਫਤ ਨੂੰ ਲੈ ਕੇ ਭਾਰਤ ਚਿੰਤਾ ਵਿੱਚ ਹੈ, ਉਸ ਨੂੰ ਸਹੀ ਕਰਨ ਅਤੇ ਦੇਸ਼ ਦੀ ਨਿਰਵਿਘਨ ਤਰੱਕੀ ਲਈ ਸਾਨੂੰ ਲੋੜੀਂਦੀ ਊਰਜਾ ਨਵਿਆਉਣਯੋਗ ਸਾਧਨਾਂ ਤੋਂ ਪੈਦਾ ਕਰਨੀ ਹੋਵੇਗੀ। ਇਸ ਟੀਚੇ ਵੱਲ ਕਦਮ ਚੁੱਕਦੇ ਹੋਏ ਭਾਰਤ ਨੇ LED ਲਾਈਟਸ ਅਤੇ ਸੋਲਰ ਊਰਜਾ ਵੱਲ ਮੋੜਾ ਕੱਟਿਆ ਹੈ। ਇਹ ਪਹਿਲ ਕਦਮੀ ਨਾ ਸਿਰਫ ਭਾਰਤ ਦੀ ਬਿਜਲੀ ਪੈਦਾਵਾਰ ਅਤੇ ਖਪਤ ਨੂੰ ਬਦਲਣ ਵਾਲੇ ਨੇ, ਬਲਕਿ ਇਹ ਦੇਸ਼ ਨੂੰ ਆਰਥਿਕ ਅਤੇ ਭੂ-ਰਾਜਨੀਤਿਕ ਲਾਹਾ ਵੀ ਦੇਣਗੇ। ਆਓ ਚਰਚਾ ਕਰਦੇ ਹਾਂ ਭਾਰਤ ਵਿੱਚ ਆਈ ਇਸ ਐਨਰਜੀ ਰੈਵੋਲੂਸ਼ਨ ਅਤੇ ਦੇਸ਼ ਦੁਆਰਾ ਇਸ ਰਾਹ ਤੇ ਲਏ ਗਏ ਵੱਡੇ ਫੈਸਲਿਆਂ ਬਾਰੇ, ਜਿਸ ਨਾਲ ਦੇਸ਼ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਝੰਡਾ ਬਰਦਾਰ ਬਣ ਕੇ ਉੱਭਰ ਰਿਹਾ ਹੈ। ਨਾਲ ਹੀ ਇਸ ਦੇ ਦੇਸ਼ ਨੂੰ ਕੀ ਹਨ ਵਿੱਤੀ ਫਾਇਦੇ। ਭਾਰਤ ਫਿਲਹਾਲ ਦੁਨੀਆ ਦਾ 6ਵੇਂ ਦਰਜੇ ਦਾ ਸਭ ਤੋਂ ਵੱਡੀ ਆਰਥਿਕਤਾ ਵਾਲਾ ਦੇਸ਼ ਹੈ ਅਤੇ ਮਾਹਿਰਾਂ ਮੁਤਾਬਿਕ ਦੇਸ਼ 2030 ਤੱਕ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕਤਾ ਬਣ ਸਕਦਾ ਹੈ। ਪਰ ਜੇਕਰ ਦੇਸ਼ ਨਵਿਆਉਣਯੋਗ ਊਰਜਾ ਦੇ ਵੱਲ ਅੱਗੇ ਨਹੀਂ ਵਧਦਾ ਤਾਂ ਭਾਰਤ ਕਾਰਬਨ ਡਾਈਆਕਸਾਈਡ ਦਾ ਗੜ੍ਹ ਬਣ ਜਾਏਗਾ। 2018 ਦੇ ਅੰਕੜੇ ਦੱਸਦੇ ਨੇ ਕਾਰਬਨ ਡਾਈਆਕਸਾਈਡ ਨਿਕਾਸ ਸੂਚੀ ਦੇ ਮੁਤਾਬਿਕ ਦੁਨੀਆ ਭਰ ਵਿੱਚ ਪੈਦਾ ਹੋਣ ਵਾਲੀ CO2 ਦਾ 7% ਹਿੱਸਾ ਸਿਰਫ ਭਾਰਤ ਦੀ ਦੇਣ ਸੀ। ਇਸ ਦੇ ਨਾਲ ਹੀ ਚੀਨ ਨੇ 28% ਅਤੇ ਅਮਰੀਕਾ ਨੇ 15% ਤੋਂ ਘੱਟ CO2 ਪੈਦਾ ਕੀਤੀ ਸੀ। ਪਰ ਤੇਜ਼ੀ ਨਾਲ ਵਿਕਸਿਤ ਹੋ ਰਹੇ ਭਾਰਤ ਦੀ ਊਰਜਾ ਦੀ ਲੋੜ ਵੀ ਵੱਧ ਰਹੀ ਹੈ ਅਤੇ ਅਸੀਂ ਅੱਜ ਵੀ ਬਿਜਲੀ ਪੈਦਾ ਕਰਨ ਲਈ ਮੁੱਖ ਤੌਰ ਤੇ ਕੋਲੇ ਉੱਪਰ ਨਿਰਭਰ ਹਾਂ। ਇੰਟਰਨੈਸ਼ਨਲ ਐਨਰਜੀ ਏਜੰਸੀ ਭਾਵ IEA ਦੇ ਮੁਤਾਬਿਕ ਭਾਰਤ ਦੀ 80% ਬਿਜਲੀ ਕੋਲਾ, ਤੇਲ, ਬਾਇਓਮਾਸ ਨਾਲ ਹੀ ਪੈਦਾ ਹੁੰਦੀ ਹੈ ਅਤੇ ਜੇਕਰ ਬਿਜਲੀ ਦੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਸੰਨ 2000 ਤੋਂ ਬਾਅਦ ਇਹ ਮੰਗ ਦੁੱਗਣੀ ਹੋਈ ਹੈ। ਇਸ ਬਿਜਲੀ ਨੂੰ ਪੈਦਾ ਕਰਨ ਨਾਲ ਥਰਮਲ ਪਲਾਂਟ ਦੇਸ਼ ਵਿੱਚ ਪੈਦਾ ਹੁੰਦੀ ਕਾਰਬਨ ਡਾਈਆਕਸਾਈਡ ਵਿੱਚ ਅੱਧਾ ਹਿੱਸਾ ਪਾਉਂਦਾ ਹੈ। ਭਾਰਤ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਵੇਖਦੇ ਹੋਏ ਇੰਟਰਨੈਸ਼ਨਲ ਐਨਰਜੀ ਏਜੰਸੀ ਦਾ ਕਹਿਣਾ ਹੈ ਕਿ 2040 ਤੱਕ ਅਸੀਂ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਬਿਜਲੀ ਵਰਤ ਰਹੇ ਹੋਵਾਂਗੇ। ਸਿਰਫ ਆਰਥਿਕ ਉਛਾਲ ਹੀ ਨਹੀਂ, ਵੱਧ ਰਹੀ ਜਨਸੰਖਿਆ ਨੂੰ ਵੇਖਦੇ ਹੋਏ ਵੀ ਅਗਲੇ 20 ਸਾਲਾਂ ਅੰਦਰ ਭਾਰਤ ਦੀ ਆਬਾਦੀ 27 ਕਰੋੜ ਵੱਧ ਜਾਏਗੀ, ਜਿਸ ਨਾਲ ਬਿਜਲੀ ਦੀ ਮੰਗ ਵੀ ਹੋਰ ਵਧੇਗੀ। ਇਸ ਦੇ ਨਾਲ ਹੀ ਵੱਧ ਰਹੇ ਘਰ, ਬੁਨਿਆਦੀ ਢਾਂਚਾ, ਸੀਮੈਂਟ, ਸਰੀਆ ਆਦਿ CO2 ਵਿੱਚ ਹੋਰ ਵਾਧਾ ਕਰਨਗੇ। ਇਹਨਾਂ ਸਭ ਚੁਣੌਤੀਆਂ ਦੇ ਬਾਵਜੂਦ ਵੀ ਕਈ ਮਾਹਰ ਭਾਰਤ ਦੀ ਸੌਰ ਊਰਜਾ ਦੇ ਖੇਤਰ ਵਿੱਚ ਉਪਲਬਧੀ ਦੀ ਸ਼ਲਾਘਾ ਕਰ ਰਹੇ ਨੇ। IAG ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾਕਟਰ ਫਤਿਹ ਬਿਰੋਲ ਕਹਿੰਦੇ ਨੇ, ਭਾਰਤ ਨੇ ਬੀਤੇ ਕੁਝ ਸਾਲਾਂ ਵਿੱਚ ਪਿੰਡਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨਾਲ ਬਿਜਲੀ ਪਹੁੰਚਦੀ ਕਰਦੇ ਹੋਏ ਕਮਾਲ ਦਾ ਟੀਚਾ ਹਾਸਲ ਕੀਤਾ ਹੈ। ਇਸ ਟੀਚੇ ਦੀ ਪ੍ਰਾਪਤੀ ਵਿੱਚ ਭਾਰਤ ਸੌਰ ਊਰਜਾ ਵਰਗੇ ਨਵਿਆਉਣਯੋਗ ਸਰੋਤਾਂ ਨੂੰ ਹੁਲਾਰਾ ਦੇਣ ਅਤੇ ਘਰਾਂ ਵਿੱਚ LED ਬਲਬਾਂ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਵੀ ਸ਼ਲਾਘਾਯੋਗ ਹੈ। LED ਬਲਬਾਂ ਦੀ ਵਰਤੋਂ ਕਰਨਾ ਨਾ ਸਿਰਫ ਕਿਫਾਇਤੀ ਬਿਜਲੀ ਬਚਾਉਣ ਵਾਲੇ ਅਤੇ ਸਾਫ਼ ਰੌਸ਼ਨੀ ਦੇਣ ਵਾਲੇ ਬਲਬਾਂ ਤੱਕ ਨਹੀਂ, ਸਗੋਂ ਇਸ ਤੋਂ ਵੀ ਕਿਤੇ ਵੱਧ ਕੇ ਹੈ। LED ਬਲਬਾਂ ਨਾਲ ਇਹ ਸਾਬਿਤ ਹੋਇਆ ਹੈ ਕਿ ਸਵੈ ਨਿਰਭਰਤਾ ਉੱਪਰ ਕੇਂਦਰਿਤ ਹੋ ਕੇ ਭਾਰਤ ਲਈ ਇਹ ਬਲਬ ਨਿਰਯਾਤ, ਰੋਜ਼ਗਾਰ ਅਤੇ ਅਰਥਚਾਰੇ ਲਈ ਚੰਗੇ ਸਾਧਨ ਬਣ ਸਕਦੇ ਨੇ। 2018-19 ਵਿੱਚ 86% ਦੇ ਵਾਧੇ ਨਾਲ ਭਾਰਤ ਨੇ 5 ਕਰੋੜ ਤੋਂ ਵੱਧ LED ਬਲਬਾਂ ਦਾ ਨਿਰਯਾਤ ਕਰਦੇ ਹੋਏ ਆਪਣੇ ਆਪ ਨੂੰ ਇੱਕ ਗਲੋਬਲ ਹੱਬ ਵਾਂਗ ਪੇਸ਼ ਕੀਤਾ ਹੈ। ਇਹ ਕਾਰਡ ਦੇ ਨਾਲ ਭਾਰਤ ਦੁਨੀਆ ਨੂੰ ਅੱਗੇ ਹੋ ਕੇ ਉਸ ਪਰਿਵਰਤਨ ਵੱਲ ਤੋਰ ਸਕਦਾ ਹੈ ਜਿਸ ਲਈ ਬਾਕੀ ਦੇਸ਼ ਵੀ ਯਤਨਸ਼ੀਲ ਨੇ। LED ਬਲਬ ਨਾ ਸਿਰਫ ਬਿਜਲੀ ਬਚਾਉਣ ਦਾ ਕੰਮ ਕਰਨਗੇ, ਨਾਲ ਹੀ ਦੁਨੀਆ ਨੂੰ ਮਰਕਰੀ ਭਾਵ ਪਾਰੇ ਦੇ ਪ੍ਰਦੂਸ਼ਣ ਤੋਂ ਵੀ ਰਹਿਤ ਕਰਨਗੇ, ਜਿਸ ਨਾਲ ਨਿਊਰੋਲੋਜੀਕਲ ਬਿਮਾਰੀਆਂ ਅਤੇ ਹੋਰ ਰੋਗ ਹੁੰਦੇ ਨੇ। ਮਰਕਰੀ ਭਾਵ ਪਾਰੇ ਦੀ ਵਰਤੋਂ ਫਲੋਰੋਸੈਂਟ ਲਾਈਟਾਂ ਵਿੱਚ ਜਿਵੇਂ ਕਿ CFL ਅਤੇ ਟਿਊਬਲਾਈਟਸ ਵਿੱਚ ਹੁੰਦੀ ਹੈ। ਮੀਨਾਮਾਟਾ ਕਨਵੈਨਸ਼ਨ ਆਫ ਮਰਕਰੀ ਇੱਕ ਗਲੋਬਲ ਸੰਧੀ ਹੈ ਜੋ ਵਸਤਾਂ ਵਿੱਚ ਪਾਰੇ ਦੀ ਵਰਤੋਂ ਨੂੰ ਖਤਮ ਕਰਨ ਦਾ ਟੀਚਾ ਰੱਖਦੀ ਹੈ। 2017 ਤੋਂ ਬਾਅਦ ਹਰਕਤ ਵਿੱਚ ਆਉਣ ਤੋਂ ਬਾਅਦ ਵਿੱਚ 132 ਦੇਸ਼ਾਂ ਨੇ ਇਸ ਸੰਧੀ ਨੂੰ ਮਾਨਤਾ ਦਿੱਤੀ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। ਭਾਰਤ ਨੇ ਇਸ ਨੂੰ ਮਾਨਤਾ ਦਿੰਦੇ ਹੋਏ 2018 ਤੋਂ ਬਾਅਦ ਦੇਸ਼ਾਂ ਨਾਲ ਮਿਲ ਕੇ ਮਰਕਰੀ ਆਧਾਰਿਤ ਪਦਾਰਥਾਂ ਦਾ ਆਯਾਤ ਨਿਰਯਾਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਭਾਰਤ ਸਰਕਾਰ ਨੇ ਫਲੋਰੋਸੈਂਟ ਲਾਈਟਾਂ ਦੀ ਵਰਤੋਂ ਦੇ ਖਾਤਮੇ ਲਈ ਸਾਲ 2020 ਤੱਕ ਦਾ ਸਮਾਂ ਨਿਰਧਾਰਤ ਕੀਤਾ ਸੀ, ਪਰ ਸਾਡੇ ਦੇਸ਼ ਦੀ ਭੂਗੋਲਿਕ ਵਿਲੱਖਣਤਾ ਅਤੇ ਅਸਮਾਨਤਾ ਨੂੰ ਵੇਖਦੇ ਹੋਏ ਇਸ ਨੂੰ ਵਧਾ ਕੇ 2025 ਤੱਕ ਪੂਰਾ ਕਰਨ ਦਾ ਫੈਸਲਾ ਲਿਆ ਗਿਆ। 2018-19 ਵਿੱਚ ਤਿਆਰ ਹੋਏ 1.4 ਬਿਲੀਅਨ ਲਾਈਟਾਂ ਵਿੱਚੋਂ 2% CFL ਅਤੇ 9% ਟਿਊਬ ਲਾਈਟਸ ਸੀ ਅਤੇ LED ਨੂੰ ਹੁਲਾਰਾ ਦੇਣ ਅਤੇ ਵਰਤੋਂ ਵਿੱਚ ਲੈ ਕੇ ਆਉਂਦੇ ਹੋਏ ਅੱਜ ਸਾਡਾ ਦੇਸ਼ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਬਣ ਕੇ ਉੱਭਰਿਆ ਹੈ। ਇਸ ਕ੍ਰਾਂਤੀ ਦੀ ਸ਼ੁਰੂਆਤ 2015 ਵਿੱਚ ਹੋਈ ਸੀ, ਜਦੋਂ ਭਾਰਤ ਸਰਕਾਰ ਨੇ ਉਨਤ ਜੋਤੀ ਬਾਏ ਅਫੋਰਡੇਬਲ ਲਾਈਟਸ ਫॉर ਆਲ ਭਾਵ ਉਜਾਲਾ ਨਾਮ ਦੀ ਸਕੀਮ ਪੇਸ਼ ਕੀਤੀ ਸੀ। ਇਸ ਸਕੀਮ ਦੇ ਜ਼ਰੀਏ 77 ਕਰੋੜ ਆਮ ਚਮਕਦਾਰ ਬਲਬਾਂ ਨੂੰ LED ਨਾਲ ਬਦਲਣ ਦਾ ਟੀਚਾ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਇਸੇ ਸਾਲ CLNP ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ, ਜਿਸ ਦੇ ਜ਼ਰੀਏ ਸਧਾਰਨ ਅਤੇ ਵੱਧ ਬਿਜਲੀ ਖਪਤ ਕਰਨ ਵਾਲੀਆਂ ਸਟਰੀਟ ਲਾਈਟਾਂ ਨੂੰ ਸਮਾਰਟ ਅਤੇ ਘੱਟ ਖਪਤ ਕਰਨ ਵਾਲੀਆਂ ਲਾਈਟਾਂ ਨਾਲ ਬਦਲਣ ਦੀ ਪਹਿਲ ਕੀਤੀ ਗਈ। ਸਟਰੀਟ ਲਾਈਟਸ ਨੈਸ਼ਨਲ ਪ੍ਰੋਗਰਾਮ ਸੰਸਾਰ ਦਾ ਸਭ ਤੋਂ ਵੱਡਾ ਸਟਰੀਟ ਲਾਈਟ ਪ੍ਰੋਗਰਾਮ ਸੀ, ਜਿਸ ਦੇ ਨਾਲ ਦੇਸ਼ ਵਿੱਚ ਹੁਣ ਤੱਕ 1 ਕਰੋੜ 20 ਲੱਖ ਤੋਂ ਵੱਧ ਸਟਰੀਟ ਲਾਈਟਾਂ ਬਦਲੀਆਂ ਗਈਆਂ ਨੇ ਅਤੇ ਹਜੇ ਤੱਕ ਵੀ ਇਹ ਕੰਮ ਚੱਲ ਰਿਹਾ ਹੈ। ਉਜਾਲਾ ਪ੍ਰੋਗਰਾਮ ਨੇ 77 ਕਰੋੜ ਬਲਬਾਂ ਵਾਲੇ ਟੀਚੇ ਤੋਂ ਵੀ ਵੱਧ ਕੇ ਹੁਣ ਤੱਕ ਦੇਸ਼ ਵਿੱਚ 1.15 ਬਿਲੀਅਨ LED ਬਲਬ ਵੇਚੇ ਜਾ ਚੁੱਕੇ ਨੇ। LED ਬਲਬ ਨੇ ਭਾਰਤ ਦੀ ਤੇਜ਼ੀ ਨਾਲ ਹੋ ਰਹੀ ਤਰੱਕੀ ਦੇ ਨਾਲ-ਨਾਲ ਦੁਨੀਆ ਨੂੰ ਇੱਕ ਸਾਫ਼ ਅਤੇ ਪ੍ਰਦੂਸ਼ਣ ਰਹਿਤ ਭਵਿੱਖ ਦਾ ਰਸਤਾ ਦਿਖਾਇਆ ਹੈ। ਉਜਾਲਾ ਅਤੇ SLNP ਵਰਗੇ ਪ੍ਰੋਗਰਾਮਾਂ ਦੀ ਸਹਾਇਤਾ ਨਾਲ ਭਾਰਤ 44 ਮਿਲੀਅਨ ਕਾਰਬਨ ਡਾਈਆਕਸਾਈਡ ਦਾ ਨਿਕਾਸ ਕਰਨ ਤੋਂ ਬਚ ਪਾਇਆ ਹੈ। ਇਸ ਤੋਂ ਇਲਾਵਾ ਸਾਡੇ ਦੇਸ਼ ਵਿੱਚ ਬਿਜਲੀ ਦੀ ਸਿਖਰ ਦੀ ਮੰਗ ਵਿੱਚ 10,911 ਮੈਗਾਵਾਟ ਦੀ ਗਿਰਾਵਟ ਆਈ ਹੈ, ਜਿਸ ਨਾਲ ਹਰ ਸਾਲ ਖਪਤਕਾਰਾਂ ਨੂੰ 19,000 ਕਰੋੜ ਰੁਪਏ ਦੀ ਬਚਤ ਹੁੰਦੀ ਹੈ। LED ਕ੍ਰਾਂਤੀ ਨਾਲ ਦੇਸ਼ ਵਿੱਚ ਨਿਰਯਾਤ, ਰੋਜ਼ਗਾਰ ਅਤੇ ਆਰਥਿਕਤਾ ਵਿੱਚ ਉਛਾਲ ਆਇਆ ਹੈ, ਜੋ ਇਹ ਦਿਖਾਉਂਦਾ ਹੈ ਕਿ ਭਾਰਤ ਆਤਮ ਨਿਰਭਰ ਬਣ ਰਿਹਾ ਹੈ। ਹੁਣ ਗੱਲ ਕਰਦੇ ਹਾਂ ਸੌਰ ਊਰਜਾ ਦੀ। ਅਜੇ ਸਾਡੇ ਦੇਸ਼ ਵਿੱਚ 70% ਬਿਜਲੀ ਕੋਲੇ ਤੋਂ ਬਣਦੀ ਹੈ। ਗਲਾਸਗੋ ਵਿੱਚ ਹੋਏ COP26 ਵਿੱਚ ਵਾਤਾਵਰਣ ਸੰਬੰਧੀ ਪ੍ਰੋਗਰਾਮ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਆਪਣੀ ਨਾਨ ਫੋਇਲ ਐਨਰਜੀ ਦੀ ਸ਼ਮਤਾ ਨੂੰ 500 ਗੀਗਾਵਾਟ ਤੱਕ ਵਧਾਉਣ ਵਾਲਾ ਹੈ ਅਤੇ ਨਾਲ ਹੀ 2030 ਤੱਕ ਭਾਰਤ ਦੀ ਲੋੜੀਂਦੀ ਬਿਜਲੀ ਦਾ 50% ਨਵਿਆਉਣਯੋਗ ਸਰੋਤਾਂ ਦੁਆਰਾ ਪੈਦਾ ਕੀਤਾ ਜਾਏਗਾ। ਰਾਜਸਥਾਨ ਦੀ ਭਾਡਲਾ ਪਾਰਕ, ਜਿੱਥੇ ਸਾਲ ਵਿੱਚ 325 ਦਿਨ ਧੁੱਪ ਰਹਿੰਦੀ ਹੈ, ਸੌਰ ਊਰਜਾ ਪੈਦਾ ਕਰਨ ਲਈ ਇਹ ਜਗ੍ਹਾ ਬਿਲਕੁਲ ਅਨੁਕੂਲ ਹੈ। 5700 ਹੈਕਟੇਅਰ ਵਿੱਚ ਫੈਲਿਆ ਹੋਇਆ ਇਹ ਪਾਰਕ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਹੈ, ਜਿਸ ਦੀ ਸਮਰੱਥਾ 2245 ਮੈਗਾਵਾਟ ਹੈ। ਭਾਰਤ, ਜਿੱਥੇ ਅੱਜ ਲਗਭਗ 1.3 ਬਿਲੀਅਨ ਲੋਕ ਰਹਿੰਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਜਨਸੰਖਿਆ ਦੇ ਮਾਮਲੇ ਵਿੱਚ ਚੀਨ ਨੂੰ ਵੀ ਪਿੱਛੇ ਛੱਡ ਦਿਆਂਗੇ ਅਤੇ ਦੁਨੀਆ ਵਿੱਚ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਬਣ ਜਾਵਾਂਗੇ। ਇਸ ਵੱਡੀ ਜਨਸੰਖਿਆ ਲਈ ਦੇਸ਼ ਨੂੰ ਵੱਧ ਬਿਜਲੀ ਦੀ ਲੋੜ ਹੋਵੇਗੀ। ਨਵਿਆਉਣਯੋਗ ਸਰੋਤਾਂ ਵੱਲ ਅੱਗੇ ਵਧਣ ਨਾਲ ਨਾ ਸਿਰਫ ਪਾਵਰ ਸੈਕਟਰ ਕਾਰਬਨ ਰਹਿਤ ਹੋਵੇਗਾ, ਬਲਕਿ ਦੇਸ਼ ਵਿੱਚ ਹਵਾ ਦਾ ਪ੍ਰਦੂਸ਼ਣ ਵੀ ਘੱਟ ਹੋਵੇਗਾ। ਭਾਰਤ ਵਿੱਚ ਅੱਜ ਕਈ ਸ਼ਹਿਰਾਂ ਵਿੱਚ ਲੋਕ ਜ਼ਹਿਰੀਲੀ ਹਵਾ ਕਾਰਨ ਬਿਮਾਰੀਆਂ ਨਾਲ ਲੜ ਰਹੇ ਨੇ, ਪਰ ਦੇਸ਼ ਵਿੱਚ ਬਿਜਲੀ ਦੀ ਖਪਤ ਨੂੰ ਵੇਖਦੇ ਹੋਇਆਂ ਲੱਗਦਾ ਹੈ ਕਿ ਕੋਲਾ ਆਉਣ ਵਾਲੇ ਸਾਲਾਂ ਵਿੱਚ ਵੀ ਬਿਜਲੀ ਪੈਦਾ ਕਰਨ ਲਈ ਵੱਡਾ ਜ਼ਰੂਰੀ ਅੰਗ ਬਣਿਆ ਰਹੇਗਾ। ਦੇਸ਼ ਵਿੱਚ ਬੀਤੇ 10 ਸਾਲਾਂ ਵਿੱਚ ਗ੍ਰੀਨ ਐਨਰਜੀ ਦਾ ਪ੍ਰਭਾਵ ਵਧਿਆ ਹੈ, ਪਰ 2030 ਦੇ ਟੀਚੇ ਤੱਕ ਪਹੁੰਚਣ ਲਈ ਇਸ ਵਿੱਚ ਹੋਰ ਕੰਮ ਕਰਨ ਦੀ ਲੋੜ ਹੈ। ਅਜਿਹਾ ਕਰਨ ਦੀ ਵਧੀਆ ਉਦਾਹਰਨ ਹੈ ਬਾਡਲਾ ਪਾਰਕ। ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਅਜਿਹੀਆਂ ਜਗ੍ਹਾਵਾਂ ਖਾਲੀ ਨੇ ਜਿਸ ਦੀ ਵਰਤੋਂ ਸੌਰ ਊਰਜਾ ਪੈਦਾ ਕਰਨ ਲਈ ਕੀਤੀ ਜਾ ਸਕਦੀ ਹੈ। ਫਿਲਹਾਲ ਸਾਰੀ ਬਿਜਲੀ ਦਾ ਸਿਰਫ 4% ਹਿੱਸਾ ਹੀ ਸੌਰ ਊਰਜਾ ਨਾਲ ਪੈਦਾ ਕੀਤਾ ਜਾਂਦਾ ਹੈ। ਕਿਆਸ ਇਹ ਹੈ ਕਿ 2040 ਤੱਕ ਕੁੱਲ ਬਿਜਲੀ ਦਾ 30% ਸੌਰ ਊਰਜਾ ਨਾਲ ਪੈਦਾ ਕੀਤਾ ਜਾਵੇਗਾ। IEA ਦੇ ਮੁਤਾਬਿਕ ਭਾਰਤ ਨੇ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਵੀ ਦੇਸ਼ ਦੀ ਨਵਿਆਉਣਯੋਗ ਊਰਜਾ ਪੈਦਾ ਕਰਨ ਵਿੱਚ ਸ਼ਲਾਘਾਯੋਗ ਪ੍ਰਾਪਤੀ ਕੀਤੀ ਹੈ। LED ਬਲਬ ਹੋਣ ਜਾਂ ਫਿਰ ਸੌਰ ਊਰਜਾ ਲਈ ਕੀਤੇ ਗਏ ਕੰਮ, ਭਾਰਤ ਨੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਲੱਖਾਂ ਘਰਾਂ ਤੱਕ ਬਿਜਲੀ ਵੀ ਪਹੁੰਚਦੀ ਕੀਤੀ ਹੈ। ਇਸ ਦੇ ਨਾਲ ਹੀ ਘਰੇਲੂ ਉਤਪਾਦ ਦੇ ਜ਼ਰੀਏ ਭਾਰਤ ਇਸ ਖੇਤਰ ਵਿੱਚ ਗਲੋਬਲ ਲੀਡਰ ਬਣ ਕੇ ਉੱਭਰ ਸਕਦਾ ਹੈ, ਜੋ ਸਾਡੇ ਦੇਸ਼ ਦੀ ਆਰਥਿਕਤਾ ਅਤੇ ਬੇਰੁਜ਼ਗਾਰੀ ਲਈ ਚੰਗਾ ਸਾਬਿਤ ਹੋਵੇਗਾ।